साहिब जियो। महला पहला। हिंदू कै घर हिंदू आवे, सूत जनेऊ पढ़ गल पावे। सूत पाए करे बुराई, नहाता धोता थाए ना पाई। मुसलमान करे वड्याई, बिन गुर पीरै को थाए ना पाई। राहो दसाए उठै को जाए, करनी बाजों भिस्त ना पाए। जोगी कै घर जुगत दसाई, तित कारण कन मुद्रा पाई। मुद्रा पाए फिरै संसार, जितै कितै सिरजनहार। जेते जी तेते वाटाऊ, चीरी आई ढिल ना काऊ। एथै जाने सो जाए सिंझाणे, होर फक्कड़ हिंदू मुसलमाने। सबना का बर लेखा होए, करनी बाजों तरै ना कोय। सचो सच बखाणै कोय, नानक अग्गै पुछ ना होए। पौड़ी। हर का मंदिर आखिए काया कोट गढ़, अंदर लाल जवेरी गुरमुख हर नाम पढ़। हर का मंदिर शरीर अत सोहना, हर हर नाम दृढ़। मनमुख आप खुआयन, माया मोह नित कढ़। सबना साहिब एक है, पूरे भाग पाया जाई। वाह वाह सच्चे पातशाह, तू सच्ची नाई। वाह वाह सच्चे पातशाह, तू सच्ची नाई। वाहिगुरु जी का खालसा, वाहिगुरु जी की फतेह। परम सन्मानयोग सतगुरु धन धन सतगुरु ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਜੁੜ ਬੈਠੀ ਗੁਰਸਿੱਖ ਸਾਧ ਸੰਗਤ ਜੀਓ, ਵਡਭਾਗੀ ਹੋ। ਸਤਿਗੁਰੂ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਮ੍ਰਿਤ ਵੇਲੇ ਤੋਂ ਤਖਤ ਤੇ ਸੁਭਾਇਮਾਨ ਹੋ ਕਰਕੇ ਗੁਰਸਿੱਖ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕਰ ਰਹੇ ਹਨ। ਆਪਣੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਉਪਦੇਸ਼ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਬੇਅੰਤ ਬੇਅੰਤ ਗੁਰਸਿੱਖ ਸੰਗਤਾਂ ਸਤਿਗੁਰੂ ਜੀ ਦੇ ਚਰਨਾਂ ਦੀ ਹਾਜ਼ਰੀ ਭਰ ਕੇ ਜੀਵਨ ਸਫਲ ਬਣਾ ਰਹੀ ਹੈ। ਅੰਮ੍ਰਿਤ ਵੇਲੇ ਤੋਂ ਗੁਰਬਾਣੀ ਪ੍ਰਵਾਹ ਚੱਲ ਰਹੇ ਨੇ। ਸਤਿਗੁਰੂ ਜੀ ਦੀ ਬਾਣੀ ਸਰਵਣ ਕਰਕੇ, ਸੇਵਾ ਕਰਕੇ, ਦਰਸ਼ਨ ਦੀਦਾਰ ਕਰਕੇ ਅਨੰਤ ਗੁਰਸਿੱਖ ਸੰਗਤਾਂ ਲਾਹੇ ਲੈ ਰਹੀਆਂ ਹਨ। ਹੁਣ ਗੁਰਮੁਖ ਪਿਆਰਿਆਂ ਨੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿੱਚੋਂ ਰਾਮਕਲੀ ਰਾਗ ਦੀ ਪਹਿਲੀ ਵਾਰ ਵਿੱਚੋਂ ਇੱਕ ਸ਼ਲੋਕ ਅਤੇ ਉਸਦੇ ਨਾਲ ਦੀ ਇੱਕ ਪੌੜੀ ਦਾ ਪਾਠ ਸਾਨੂੰ ਸਭਨਾਂ ਨੂੰ ਸਰਵਣ ਕਰਵਾਇਆ ਹੈ। ਸ਼ਲੋਕ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਇਹ ਸਮਝਾਇਆ ਹੈ ਕਿ ਮਤ ਕੋਈ ਇਸ ਗੱਲ ਦਾ ਮਾਣ ਕਰੇ ਕਿ ਮੈਂ ਇਸ ਧਰਮ ਵਿੱਚ ਹਾਂ, ਮੇਰਾ ਇਹ ਧਰਮ ਹੈ। ਹੁਣ ਮੈਂ ਚਾਹੇ ਪਾਪ ਕਰਾਂ, ਚਾਹੇ ਪੁੰਨ ਕਰਾਂ, ਚਾਹੇ ਚੰਗਾ ਕਰਾਂ, ਚਾਹੇ ਮੰਦਾ ਕਰਾਂ, ਬਸ ਮੇਰਾ ਹੁਣ ਉਧਾਰ ਹੋਣਾ ਹੀ ਹੋਣਾ। ਇਹ ਭੁਲੇਖਾ ਕੱਢ ਦੇਵੇ। ਸਤਿਗੁਰੂ ਜੀ ਨੇ ਸ਼ਲੋਕ ਵਿੱਚ ਕਰਨੀ ਦੀ ਗੱਲ ਕੀਤੀ ਹੈ। ਕਰਨੀ ਕਰਨੀ ਬਾਝੋਂ ਪਿਸਤਰਾ ਪਾਏ। ਕਰਨੀ ਅਸੀਂ ਕਿਸੇ ਵੀ ਧਰਮ ਵਿੱਚ ਹੋਈਏ, ਜੇ ਸਾਡੀ ਕਰਨੀ ਸ੍ਰੇਸ਼ਟ ਨਹੀਂ ਹੈ, ਸਾਡੀ ਕਰਤੂਤ ਚੰਗੀ ਨਹੀਂ ਹੈ, ਸਾਡਾ ਜੀਵਨ ਉੱਚਾ ਸੁੱਚਾ ਨਹੀਂ ਹੈ, ਫਿਰ ਅਸੀਂ ਕਦੇ ਵੀ ਪਰਮਾਤਮਾ ਦੀ ਹਜ਼ੂਰੀ ਵਿੱਚ ਮਾਣ ਨਹੀਂ ਲੈ ਸਕਦੇ। ਉਸ ਵੇਲੇ
ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ 3 ਧਰਮ ਪ੍ਰਮੁੱਖ ਸਨ। ਹਿੰਦੂ ਧਰਮ, ਮੁਸਲਮਾਨ, ਇਸਲਾਮ ਜਿਸ ਨੂੰ ਕਹਿੰਦੇ ਹਾਂ, ਔਰ ਤੀਸਰਾ ਯੋਗੀ, ਯੋਗ ਮਤ। ਇਹ 3 ਧਰਮ ਉਸ ਵੇਲੇ ਬੜੇ ਨਾਮਵਰ ਮੰਨੇ ਜਾਂਦੇ ਸਨ, ਪ੍ਰਸਿੱਧ ਸਨ। ਔਰ ਸਾਰੀ ਦੁਨੀਆ ਵਿੱਚ ਧਰਮ ਤੇ ਬਹੁਤ ਨੇ, ਕੋਈ ਗਿਣਤੀ ਨਹੀਂ ਹੈ ਧਰਮਾਂ ਦੀ। 8 ਧਰਮ ਪ੍ਰਮੁੱਖ ਮੰਨੇ ਜਾਂਦੇ ਨੇ। 4 ਧਰਮ ਸਾਡੇ ਦੇਸ਼ ਵਿੱਚ ਹੋਏ ਨੇ, ਔਰ 4 ਧਰਮ ਸਾਡੇ ਦੇਸ਼ ਤੋਂ ਬਾਹਰ ਹੋਏ ਨੇ। ਸਾਡੇ ਦੇਸ਼ ਦਾ, ਹਿੰਦੁਸਤਾਨ ਦਾ, ਭਾਰਤ ਦਾ ਸਭ ਤੋਂ ਪਹਿਲਾ ਧਰਮ ਹੈ ਹਿੰਦੂ ਧਰਮ, ਜਿਸ ਨੂੰ ਅਸੀਂ ਸਨਾਤਨ ਧਰਮ ਵੀ ਕਹਿੰਦੇ ਹਾਂ। ਉਸ ਤੋਂ ਬਾਅਦ 2 ਧਰਮ ਤਕਰੀਬਨ ਇਕੱਠੇ ਹੀ ਆਏ, ਜਿਵੇਂ ਬੁੱਧ ਅਤੇ ਜੈਨ। ਇਹਨਾਂ ਨੂੰ ਕਈ ਮਤ ਵੀ ਕਹਿੰਦੇ ਨੇ, ਜੈਨ ਮਤ, ਬੁੱਧ ਮਤ। ਔਰ ਸਭ ਤੋਂ ਬਾਅਦ ਸਿੱਖ ਧਰਮ ਆਇਆ ਹੈ, ਜਿਸ ਨੂੰ ਸਹੀ ਅਰਥਾਂ ਵਿੱਚ ਸਿੱਖ ਪੰਥ ਕਿਹਾ ਜਾਂਦਾ ਹੈ। ਹਿੰਦੂ ਧਰਮ, ਜੈਨ, ਬੋਧੀ, ਸਿੱਖ ਇਹ ਸਾਡੇ ਦੇਸ਼ ਵਿੱਚ, ਹਿੰਦੁਸਤਾਨ ਵਿੱਚ ਹੋਏ ਨੇ। 4 ਧਰਮ ਬਾਹਰ ਹੋਏ ਨੇ ਹਿੰਦੁਸਤਾਨ ਤੋਂ, ਜਿਵੇਂ ਇਸਲਾਮ ਹੈ ਜਾਂ ਈਸਾਈ ਹੈ, ਯਹੂਦੀ ਹੈ, ਪਾਰਸੀ ਨੇ। ਇਹ 4 ਧਰਮ ਬਾਹਰ ਹੋਏ ਨੇ। ਸੋ ਸਾਡੇ ਦੇਸ਼ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ, ਸੱਚੇ ਪਾਤਸ਼ਾਹ ਜਦੋਂ ਆਏ ਤੇ ਹਜ਼ੂਰ ਨੇ ਦੇਖਿਆ ਕਿ 3 ਧਰਮ ਬੜੇ ਪ੍ਰਮੁੱਖ ਮੰਨੇ ਜਾਂਦੇ ਨੇ। ਇਹਨਾਂ ਦਾ ਬੜਾ ਬੋਲਬਾਲਾ ਹੈ, ਹਿੰਦੂ ਧਰਮ ਦਾ, ਇਸਲਾਮ ਦਾ, ਯੋਗ ਮਤ ਦਾ। ਲੇਕਿਨ ਸਤਿਗੁਰੂ ਜੀ ਨੇ ਦੇਖਿਆ ਕਿ ਇਹਨਾਂ 3 ਦਾ ਹੀ ਪੱਠਾ ਬੈਠ ਚੁੱਕਾ ਹੈ, ਬੇੜਾ ਗਰਕ ਹੋ ਚੁੱਕਾ ਹੈ। ਇਹ 3 ਧਰਮ ਅਸਲੀਅਤਤਾ ਤੋਂ, ਸੱਚਾਈ ਤੋਂ, ਕਰਨੀ ਤੋਂ, ਆਪਣੇ ਸਹੀ ਰਾਹ ਤੋਂ ਖੁੰਝ ਚੁੱਕੇ ਹਨ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹਨਾਂ 3 ਧਰਮਾਂ ਨੂੰ ਹੀ ਚੰਗੀ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਹਲੂਣਿਆ। ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਰਾਗ ਧਨਾਸਰੀ ਦੇ ਵਿੱਚ ਹੈ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੈ ਜੀਆਂ ਕਾਏ, ਜੋਗੀ ਜੁਗਤ ਨਾ ਜਾਣੈ ਅੰਧ, ਤੀਨੈ ਉਜਾੜੇ ਕਾ ਬੰਦ। ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਇਸਲਾਮ ਦਾ ਕਾਜ਼ੀ ਹੈ, ਫੈਸਲੇ ਸੁਣਾਉਣ ਵਾਲਾ, ਉਹ ਵੀ ਝੂਠ ਬੋਲਣ ਰੂਪੀ ਮੈਲ ਖਾ ਰਿਹਾ ਹੈ। ਝੂਠ ਬੋਲਣ ਦੀ ਮੈਲ ਖਾ ਰਿਹਾ ਹੈ, ਕਿਉਂਕਿ ਉਹ ਝੂਠ ਬੋਲਦਾ ਹੈ। ਉਹ ਨਵਾਬਾਂ ਨੂੰ ਖੁਸ਼ ਕਰਨ ਵਾਲੇ ਫੈਸਲੇ ਸੁਣਾਉਂਦਾ ਹੈ। ਤੇ ਜਿਹੜਾ ਹੈ ਬ੍ਰਾਹਮਣ, ਉਹ ਲੋਕਾਂ ਤੋਂ ਜ਼ੋਰ ਨਾਲ, ਧੱਕੇ ਨਾਲ ਦਾਨ ਲੈਂਦਾ ਹੈ। ਇਸ ਸੰਬੰਧੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵੀ ਬਚਨ ਨੇ, ਵੇਦ ਪੜ੍ਹੈ ਮੁਖ ਮੀਠੀ ਬਾਣੀ, ਜੀਆਂ ਕੋਹਤ ਨਾ ਸੰਗਿਆ ਪ੍ਰਾਣੀ, ਧੋਤੀ ਖੋਲ ਵਿਛਾਏ ਹੇਠ, ਗਰਦ ਵਾਂਗੂ ਲਾਹੇ ਪੇਟ। ਤੇ ਇਸੇ ਤਰ੍ਹਾਂ ਇਸ਼ਨਾਨ ਕਰਦਾ ਹੈ ਜਾ ਕੇ ਤੀਰਥਾਂ ਤੇ, ਕਹਿੰਦਾ ਜੀ ਮੈਂ ਤੀਰਥਾਂ ਤੇ ਇਸ਼ਨਾਨ ਕੀਤਾ ਹੈ, ਪਵਿੱਤਰ ਹੋ ਗਿਆ ਜੀ। ਤੇ ਗੁਰੂ ਜੀ ਕਹਿੰਦੇ ਹਨ, ਜੀਵਾਂ ਤੇ ਜ਼ੁਲਮ ਕਰਦਾ ਤੇ ਤੀਰਥਾਂ ਤੇ ਇਸ਼ਨਾਨ ਕਰਕੇ ਆਪਣੇ ਆਪ ਨੂੰ ਪਵਿੱਤਰ ਸਮਝੀ ਬੈਠਾ ਹੈ। ਫਿਰ ਰਹਿ ਗਿਆ ਜੋਗੀ। ਜੋਗੀ ਇਸੇ ਵਿੱਚ ਮਸਤ ਹੈ ਕਿ ਮੈਂ ਕੰਨ ਵਿੱਚ ਮੁੰਦਰਾਂ ਪਾਈਆਂ ਨੇ, ਮੈਂ ਸਰੀਰ ਤੇ ਵਿਭੂਤੀ ਮਲੀ ਹੈ, ਮੈਂ ਕਿਰਤ ਨਹੀਂ ਕਰਦਾ, ਮੈਂ ਮੰਗ ਕੇ ਖਾਂਦਾ ਹਾਂ। ਮਹਾਰਾਜ ਨੇ ਆਖਿਆ ਤੁਸੀਂ ਤਿੰਨੋਂ ਉਜਾੜੇ ਦਾ ਹੀ ਬੰਨਾ ਹੋ। ਤੁਸੀਂ ਸਮਾਜ ਦਾ, ਸੰਸਾਰ ਦਾ ਕੋਈ ਸੁਧਾਰ ਨਹੀਂ ਕੀਤਾ, ਸਗੋਂ ਤੁਸੀਂ ਉਜਾੜਾ ਹੀ ਪਾਇਆ ਹੈ। ਤੁਸੀਂ ਉਜਾੜਾ ਹੀ ਪਾਇਆ ਹੈ। ਤਿਹਾਂ ਨੂੰ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਨੇ ਝੰਜੋੜਿਆ। ਸੋ ਅੱਜ ਜਿਹੜਾ ਸ਼ਲੋਕ ਮਹਾਰਾਜ ਜੀ ਨੇ, ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ, ਇਸ ਵਿੱਚ ਵੀ ਸਤਿਗੁਰੂ ਜੀ ਇਹੀ ਸਮਝਾਉਂਦੇ ਨੇ ਕਿ ਭਾਈ ਮਤ ਕੋਈ ਸਮਝੇ, ਮੈਂ ਹਿੰਦੂ ਹਾਂ, ਮੈਂ ਇਸਲਾਮ ਵਿੱਚ ਹਾਂ, ਮੈਂ ਜੋਗੀ ਹਾਂ, ਜਾਂ ਹੁਣ ਅਸੀਂ ਆਪਣੇ ਵੱਲ ਨਿਗਾਹ ਮਾਰ ਲਈਏ ਜੀ ਅਸੀਂ ਸਿੱਖ ਹਾਂ ਤੇ ਖਬਰੇ ਅਸੀਂ ਹੁਣ ਜੋ ਮਰਜ਼ੀ ਕਰੀ ਜਾਈਏ, ਝੂਠ ਬੋਲੀ ਜਾਈਏ, ਬੇਈਮਾਨੀਆਂ ਕਰੀ ਜਾਈਏ, ਦੂਸਰਿਆਂ ਦਾ ਨੁਕਸਾਨ ਕਰੀ ਜਾਈਏ, ਤੇ ਹੁਣ ਜੀ ਸਾਡਾ ਤੇ ਪਾਰ ਉਤਾਰਾ ਹੋਣਾ ਹੀ ਹੋਣਾ ਜੀ, ਕਿਉਂਕਿ ਜੀ ਅਸੀਂ ਸਿੱਖ ਹਾਂ। ਮਹਾਰਾਜ ਕਹਿੰਦੇ ਨੇ ਭੁਲੇਖੇ ਮਨ ਵਿੱਚੋਂ ਕੱਢ ਦਿਓ। ਜੇ ਤੁਹਾਡੀ ਕਰਤੂਤ ਚੰਗੀ ਨਹੀਂ, ਤੁਹਾਡੇ ਕਰਮ ਚੰਗੇ ਨਹੀਂ, ਜੇ ਤੁਹਾਡੀ ਕਰਨੀ ਚੰਗੀ ਨਹੀਂ, ਤੁਸੀਂ ਉਸ ਪਰਮਾਤਮਾ ਦੀ ਹਜ਼ੂਰੀ ਵਿੱਚ ਮਾਣ ਨਹੀਂ ਲੈ ਸਕਦੇ।
परमात्मा ने सानू ये नहीं पूछना कि तू किहड़े धर्म दा सी बई ना, परमात्मा ने सानू पूछना तू कीता की है। परमात्मा ने सानू ये पूछना है। उत्थे हिसाब साडे कर्मां दा होना है। बाबा फरीद जी का वचन आप जी ने कई बार सरवण किया होवेगा, अमल जे कीते दुनी विच से दरग है उगाहा। साडे अमलों ने साड़ी उगाही देनी है, साडे कर्मां ने साड़ी उगाही देनी है कि असीं चंगे हाँ जां माड़े हाँ। साडे धर्म ने साड़ी अगवाही नहीं देनी भी नहीं जी ये बहुत चंगा सी ना। इस वास्ते इस सलोक विच महाराज सानू अपनी उच्ची सुच्ची करनी, उच्चे सुच्चे कर्म वो बनाउण वास्ते समझा रहे हैं। आओ बड़े प्यार दे नाल इस सलोक की विचार, उस तो बाद पौड़ी की विचार करांगे। आओ बड़े प्यार दे नाल सरवण करिए जी। प्यार विच सरबत माई भाई आखो जी सतनाम श्री वाहिगुरु साहिब जी। वाहिगुरु जी महला पहला, हिंदू कै घर हिंदू आवे। गुरु नानक पातशाह जी आखदे हन कि भाई हिंदू दे घर हिंदू दा ही जन्म हुंदा है। सूत जनेऊ पढ़ गल पावे। ते जदों हिंदू दे घर बच्चे दा जन्म हुंदा है ते फिर उहदे गल विच जनेऊ पाया जाता है। जनेऊ दी रस्म कीती जाती है। जिस तरह असीं ਅੰਮ੍ਰਿਤ ਛਕਦੇ ਹਾਂ, इस्लाम वाले सुन्नत करते हैं, ईसाई बेतासमा करते हैं, इस तरह हिंदू धर्म के विच जनेऊ वो पहनाया जाता है। तो फिर वो कहते जी हुण तूं धर्मी बन गया है। लेकिन उन्हां दे मत विच जो ब्राह्मण का जनेऊ होर, खत्तरी का जनेऊ होर, वैश्य का होर, शूद्र दे ते वो पांदे ही नहीं, ते औरत दे बिल्कुल ही नहीं पाते। इस तरह का उन्हों का अपना मत है। लेकिन गुरमत विच इस तरह का कुछ भी नहीं है। इत्थे सारिਆਂ वास्ते साझा ही है। इत्थे औरत नूं भी अमृत छकाया जाता है, मर्द नूं भी छकाया जाता, इक्को विधि नाल छकाया जाता, किसी तरह की कोई भिन्नता नहीं रखी जाती। तो गुरु नानक पातशाह जी कहते हैं कि जदों सच्चे पातशाह जी गुरु नानक साहब जी समझाते हैं, हिंदू के घर में जो बच्चा जन्म लेंदा है तकरीबन 14 साल या 10 साल की उम्र तक ਉਹਦੇ ਗਲ ਵਿੱਚ ਜਨੇਊ ਪਾ ਦਿੱਤਾ ਜਾਂਦਾ ਹੈ। ਸੂਤ ਪਾਏ ਕਰੇ ਬੁਰਾਈ। ਹੁਣ ਜਦੋਂ ਮੰਤਰ ਆਦਿਕ ਪੜ੍ਹ ਕੇ ਜਨੇਊ ਪਾ ਦਿੱਤਾ ਤੇ ਮਹਾਰਾਜ ਕਹਿੰਦੇ ਹਨ ਜਨੇਊ ਪਾ ਕੇ ਵੀ ਕੋਈ ਬੁਰਾਈ ਕਰੇ, ਬੁਰੇ ਕਰਮ ਕਰੇ, ਭਾਵ ਧਰਮ ਦੇ ਵਿੱਚ ਆ ਗਿਆ ਜੀ। ਹੁਣ ਜਨੇਊ ਪਾ ਦਿੱਤਾ, ਹੁਣ ਤੂੰ ਹਿੰਦੂ ਬਣ ਗਿਆ। ਤੇ ਮਹਾਰਾਜ ਕਹਿੰਦੇ ਨੇ ਸੂਤ ਪਾਏ ਕਰੇ ਬੁਰਾਈ, ਤੇ ਹੁਣ ਬੁਰਾਈਆਂ ਕਰੇ, ਪੁੱਠੇ ਕੰਮ ਕਰੇ। ਕਵੇ ਜੀ ਹੁਣ ਤੇ ਮੈਂ ਧਰਮੀ ਬਣ ਗਿਆ, ਹੁਣ ਤੇ ਮੈਂ ਆਪਣੇ ਗਲ ਜਨੇਊ ਪਾ ਲਿਆ, ਹੁਣ ਤੇ ਮੈਂ ਪਾਪ ਕਰਾਂ, ਪੁੰਨ ਕਰਾਂ, ਬੁਰਾ ਕਰਾਂ, ਭਲਾ ਕਰਾਂ, ਬਸ ਹੁਣ ਤੇ ਮੈਨੂੰ ਕੋਈ ਕਹਿ ਹੀ ਨਹੀਂ ਸਕਦਾ, ਰੱਬ ਮੈਨੂੰ ਪੁੱਛ ਹੀ ਨਹੀਂ ਸਕਦਾ ਨਾ। ਤੇ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ ਨਾਤਾ ਧੋਤਾ ਥਾਏ ਨਾ ਪਾਈ। ਤੇ ਮਹਾਰਾਜ ਕਹਿੰਦੇ ਨੇ ਤੀਰਥਾਂ ਤੇ ਜਾ ਕੇ ਇਸ਼ਨਾਨ ਕਰੇ, ਤੀਰਥਾਂ ਤੇ ਇਸ਼ਨਾਨ ਕਰੇ। ਹਿੰਦੂ ਮਤ ਨੇ ਇਹ ਮੰਨਿਆ ਹੋਇਆ ਕਿ ਜਿਹੜਾ ਤੀਰਥਾਂ ਤੇ ਇਸ਼ਨਾਨ ਕਰੇ ਉਹਦੇ ਲਈ ਪਾਪ ਲੈ ਜਾਂਦੇ ਹਨ। ਤੇ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਜਦੋਂ ਹਿੰਦੂ ਦੇ ਘਰ ਬੱਚਾ ਜਨਮ ਲੈਂਦਾ ਹੈ ਉਹਦੇ ਗਲ ਜਨੇਊ ਵੀ ਪਾ ਦਿੱਤਾ ਜਾਂਦਾ ਹੈ। ਫਿਰ ਉਹ ਤੀਰਥਾਂ ਤੇ ਜਾ ਕੇ ਇਸ਼ਨਾਨ ਵੀ ਕਰਦਾ ਹੈ, ਭਾਵ ਆਪਣੇ ਮਤ ਦੇ ਅਨੁਸਾਰ, ਆਪਣੇ ਧਰਮ ਦੇ ਅਨੁਸਾਰ ਜੋ ਵੀ ਮਰਜ਼ਾਦਾ ਹੈ ਉਹ ਨਿਭਾਉਂਦਾ ਹੈ। ਪਰ ਜੇ ਉਹ ਬੁਰਾਈਆਂ ਕਰਦਾ ਹੈ ਨਾ, ਬੁਰੇ ਕਰਮ ਕਰਦਾ ਹੈ, ਪਾਪ ਕਰਦਾ ਹੈ, ਤਾਂ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਕੀ ਸਮਝਾਉਂਦੇ ਹਨ? ਮੁਸਲਮਾਨ ਕਰੇ ਵਡਿਆਈ। ਮਹਾਰਾਜ ਕਹਿੰਦੇ ਨੇ ਨਾਤਾ ਧੋਤਾ ਥਾਏ ਨਾ ਪਾਈ। ਉਹਦਾ ਨਾਤਾ ਹੋਇਆ, ਇਸ਼ਨਾਨ ਤੀਰਥਾਂ ਤੇ ਕੀਤਾ ਹੋਇਆ, ਜਾਂ ਉਹਦਾ ਜਨੇਊ ਪਾਇਆ ਹੋਇਆ, ਉਹ ਕਿਸੇ ਥਾਂ ਨਹੀਂ ਹੈ। ਇੱਥੋਂ ਤੱਕ ਮਹਾਰਾਜ ਨੇ ਹਿੰਦੂ ਦੀ ਗੱਲ ਕੀਤੀ ਹੈ ਕਿ ਜੇ ਭਾਈ ਤੂੰ ਤੀਰਥਾਂ ਦਾ ਇਸ਼ਨਾਨ ਵੀ ਕਰਦਾ ਹੈ, ਹਿੰਦੂ ਮਰਜ਼ਾਦਾ ਵੀ ਨਿਭਾਉਂਦਾ ਹੈ, ਤੇ ਫਿਰ ਤੂੰ ਗਲ ਵਿੱਚ ਜਨੇਊ ਵੀ ਪਾਇਆ ਹੈ, ਪਰ ਜੇ ਤੂੰ ਬੁਰੇ ਕਰਮ ਕਰਦਾ ਹੈ ਨਾ ਤੇ ਰੱਬ ਦੀ ਹਜ਼ੂਰੀ ਵਿੱਚ ਤੂੰ ਪ੍ਰਵਾਨ ਨਹੀਂ ਚੜ੍ਹਨਾ, ਪਰਮਾਤਮਾ ਦੀਆਂ ਨਜ਼ਰਾਂ ਵਿੱਚ ਤੂੰ ਖਰਾ ਨਹੀਂ ਉਤਰਨਾ। ਹੁਣ ਅੱਗੇ ਮਹਾਰਾਜ ਇਸਲਾਮ ਦੀ ਗੱਲ ਕਰਦੇ ਹਨ। ਇੱਕ ਵੇਰਾ ਤੁਕ ਫਿਰ ਕਿਰਪਾ ਕਰਿਓ ਜੀ। ਮੁਸਲਮਾਨ ਕਰੇ ਵਡਿਆਈ। ਹੁਣ ਮਹਾਰਾਜ ਕਹਿੰਦੇ ਨੇ ਕੋਈ ਮੁਸਲਮਾਨ ਹੈ। ਮੁਸਲਮਾਨ ਦਾ ਅਸਲੀ ਅਰਥ ਹੁੰਦਾ ਮੁਸਲ ਈਮਾਨ। ਮੁਸੱਲਾ ਕਹਿੰਦੇ ਨੇ ਜਿਹੜੀ ਉਹ ਵਸਤੂ, ਉਹ ਕੱਪੜਾ, ਬਸਤਰ ਜਿਹੜਾ ਹੇਠਾਂ ਵਿਛਾਇਆ ਜਾਂਦਾ। ਜਦੋਂ ਸਾਡੇ ਇਸਲਾਮ ਦੇ ਵੀਰ ਨਮਾਜ਼ ਪੜ੍ਹਦੇ ਹਨ ਨਾ, ਤਾਂ ਹੇਠਾਂ ਇੱਕ ਬਸਤਰ ਵਿਛਾਉਂਦੇ ਨੇ, ਉਹਨੂੰ ਕਹਿੰਦੇ ਨੇ ਮੁਸੱਲਾ।
ਤੇ ਇਹ ਸ਼ਬਦ ਜਿਹੜਾ ਹੈ ਮੁਸਲਮਾਨ, ਇਹ ਦੋ ਸ਼ਬਦਾਂ ਦਾ ਇਕੱਠ ਹੈ। ਮੁਸਲ ਈਮਾਨ ਭਾਵ ਜਿਹੜਾ ਈਮਾਨ ਦੇ ਮੁਸੱਲੇ ਉੱਤੇ ਬੈਠਾ ਹੋਇਆ ਹੈ, ਜਿਸ ਦਾ ਈਮਾਨ ਮੁਸੱਲਾ ਹੈ, ਉਹ ਈਮਾਨ ਉੱਪਰ ਬੈਠਾ ਹੈ। ਜ਼ਿੰਦਗੀ ਦਾ ਆਧਾਰ ਈਮਾਨ ਹੈ। ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਮੁਸਲਮਾਨ ਕਰੇ ਵਡਿਆਈ, ਕਹੇ ਵੀ ਮੈਂ ਤੇ ਜੀ ਮੁਸਲਮਾਨ ਹਾਂ, ਮੈਂ ਤੇ ਜੀ ਇਸਲਾਮ ਵਿੱਚ ਆ ਗਿਆ, ਬਾਕੀ ਸਭ ਕਾਫਰ, ਬਸ ਮੈਂ ਹੀ ਖੁਦਾ ਨੂੰ ਪਾ ਸਕਦਾ ਹਾਂ, ਮੈਂ ਹੀ ਅੱਲਾ ਨੂੰ ਪਾ ਸਕਦਾ ਹਾਂ। ਤੋ ਸਤਿਗੁਰੂ ਜੀ ਕੀ ਕਿਰਪਾ ਕਰਦੇ ਹਨ, ਵਿਣ ਗੁਰ ਪੀਰੇ ਕੋ ਥਾਏ ਨਾ ਪਾਏ। ਪਰ ਮਹਾਰਾਜ ਕਹਿੰਦੇ ਨੇ ਵਿਣ ਗੁਰ ਪੀਰੇ ਕੋ ਥਾਏ ਨਾ ਪਾਏ। ਜੇ ਭਾਈ ਤੇਰਾ ਗੁਰੂ ਪੀਰ ਹੀ ਕੋਈ ਨਹੀਂ ਹੈ, ਭਾਵ ਤੂੰ ਆਪਣੇ ਗੁਰੂ ਪੀਰ ਦੇ ਹੁਕਮ ਵਿੱਚ ਨਹੀਂ ਚੱਲਦਾ, ਜੇ ਤੂੰ ਆਪਣੇ ਪੀਰ ਦੇ ਕਹੇ ਅਨੁਸਾਰ ਨਹੀਂ ਚੱਲਦਾ, ਜੇ ਤੂੰ ਆਪਣੀ ਕਰਨੀ ਉੱਚੀ ਸੁੱਚੀ ਨਹੀਂ ਬਣਾਈ, ਜੇ ਤੂੰ ਆਪਣੇ ਕਰਮ ਚੰਗੇ ਨਹੀਂ ਬਣਾਏ, ਤਾਂ ਤੇਰਾ ਇਹ ਮੁਸਲਮਾਨ ਬਣਨਾ, ਇਸਲਾਮ ਦੇ ਵਿੱਚ ਆਉਣਾ ਕੋਈ ਅਰਥ ਨਹੀਂ ਰੱਖਦਾ ਹੈ ਜੀ। ਰਾਹ ਦਸਾਏ ਉਥੈ ਕੋ ਜਾਏ। ਸੱਚੇ ਪਾਤਸ਼ਾਹ ਕਹਿੰਦੇ ਹਨ ਸਾਰੇ ਰੱਬ ਦਾ ਰਾਹ ਪੁੱਛਦੇ ਹਨ। ਸਾਰੇ ਹਿੰਦੂ ਵੀਰ ਵੀ ਪੁੱਛਦੇ ਨੇ ਜੀ ਰੱਬ ਦੇ ਘਰ ਦਾ ਰਾਹ ਕਿਹੜਾ ਹੈ, ਮੁਸਲਮਾਨ ਵੀਰ ਵੀ ਪੁੱਛਦੇ ਹਨ ਜੀ ਰੱਬ ਦੇ ਘਰ ਦਾ ਰਾਹ ਕਿਹੜਾ ਹੈ। ਹਿੰਦੂ ਮਤ ਵਾਲਿਆਂ ਨੇ ਆਪਣਾ ਅਪਣਾਇਆ ਹੋਇਆ ਕਿ ਇਹ ਰਾਹ ਹੀ ਰੱਬ ਦੇ ਘਰ ਜਾਂਦਾ ਹੈ, ਇਸਲਾਮ ਵਾਲਿਆਂ ਨੇ ਆਪਣਾ। ਲੇਕਿਨ ਸਤਿਗੁਰੂ ਜੀ ਕਹਿੰਦੇ ਨੇ ਰਾਹ ਦਸਾਏ। ਰਾਹ ਸਾਰੇ ਪੁੱਛਦੇ ਨੇ, ਹਰ ਬੰਦਾ ਪੁੱਛਦਾ ਜੇ ਸਾਨੂੰ ਰੱਬ ਦੇ ਮਿਲਣ ਦਾ ਰਾਹ ਦੱਸੋ ਜੀ, ਉੱਥੇ ਕੋ ਜਾਏ। ਪਰ ਕੋਈ ਬਿਰਲਾ ਹੈ ਜਿਹੜਾ ਉੱਥੇ ਜਾਂਦਾ ਹੈ, ਰੱਬ ਤੱਕ ਪਹੁੰਚਦਾ ਹੈ। ਰੱਬ ਦੇ ਦੱਸੇ ਰਾਹ ਉੱਤੇ ਕੋਈ ਤੁਰਦਾ ਹੀ ਨਹੀਂ ਹੈ। ਰੱਬ ਤੱਕ ਪਹੁੰਚਣਾ ਤੇ ਕਿਤੇ ਰਿਹਾ, ਰੱਬ ਦੇ ਦੱਸੇ ਰਾਹ ਤੇ ਕੋਈ ਤੁਰਦਾ ਵੀ ਨਹੀਂ ਹੈ। ਤੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਇਸ ਤਰ੍ਹਾਂ ਸਾਨੂੰ ਸਮਝਾ ਰਹੇ ਹਨ, ਕਰਨੀ ਬਾਝੋਂ ਥਾਏ ਨਾ ਪਾਏ। ਮਹਾਰਾਜ ਕਹਿੰਦੇ ਨੇ ਕਰਨੀ ਬਾਝੋਂ, ਕਰਨੀ ਬਾਝੋਂ ਪਿਸਤਨਾ ਪਾਏ। ਭਾਈ ਕਰਨੀ ਬਾਝੋਂ ਜੇ ਸਾਡੀ ਕਰਨੀ ਨਹੀਂ ਹੈ ਨਾ, ਤੇ ਫਿਰ ਉਹ ਬਹਿਸ਼ਤ ਨਹੀਂ ਮਿਲਣਾ। ਬਹਿਸ਼ਤ ਦਾ ਅਰਥ ਇਹ ਨਹੀਂ ਵੀ ਉੱਪਰ ਕੋਈ ਇਮਾਰਤ ਬਣੀ ਹੋਣੀ ਹੈ, ਉੱਥੇ ਜਾਵਾਂਗੇ ਜੀ ਬੜੀਆਂ ਮੌਜਾਂ ਹੋਣੀਆਂ ਉੱਥੇ, ਨਾ। ਬਹਿਸ਼ਤ ਦਾ ਅਰਥ ਹੈ ਪਰਮਾਤਮਾ ਦਾ ਮਿਲਾਪ। ਬਹਿਸ਼ਤ ਦਾ ਅਰਥ ਹੈ ਜੀ ਪਰਮਾਤਮਾ ਦਾ ਮਿਲਾਪ। ਬਾਬਾ ਕਬੀਰ ਜੀ ਦਾ ਇੱਕ ਬੜਾ ਸੁੰਦਰ ਬਚਨ ਹੈ, ਭਿਸ਼ਤ ਨਜੀਕ ਰਾਖ ਰਹਿਮਾਨਾ, ਭਿਸ਼ਤ ਨਜੀਕ ਰਾਖ ਰਹਿਮਾਨਾ। ਹੇ ਰਹਿਮਾਨ ਪਰਮਾਤਮਾ, ਮੈਨੂੰ ਆਪਣੇ ਕੋਲ ਰੱਖ, ਮੇਰੇ ਵਾਸਤੇ ਇਹੀ ਬਹਿਸ਼ਤ ਹੈ। ਅਸੀਂ ਕਈ ਵਾਰ ਪਾਠ ਕਰਦੇ ਹਾਂ ਬਹਿਸ਼ਤ ਨਜੀਕ ਰਾਖ ਰਹਿਮਾਨਾ, ਇਹ ਗਲਤ ਹੈ। ਸਹੀ ਪਾਠ ਹੈ ਭਿਸ਼ਤ ਨਜੀਕ ਰਾਖ ਰਹਿਮਾਨਾ। ਹੇ ਰਹਿਮਾਨ ਪਰਮਾਤਮਾ, ਸਾਨੂੰ ਆਪਣੇ ਕੋਲ ਰੱਖ, ਸਾਡੇ ਵਾਸਤੇ ਇਹੀ ਬਹਿਸ਼ਤ ਹੈ। ਪਰਮਾਤਮਾ ਦੇ ਪਿਆਰੇ ਉਹ ਮਨੋ ਕਲਪਿਤ ਦੋਜਕ ਬਹਿਸ਼ਤ ਨੂੰ ਨਹੀਂ ਮੰਨਦੇ। ਪਰਮਾਤਮਾ ਦੇ ਪਿਆਰੇ ਮਨੋ ਕਲਪਿਤ ਨਰਕ ਸੁਰਗ ਨੂੰ ਨਹੀਂ ਮੰਨਦੇ। ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ, ਹਮ ਕਾਹੂ ਕੇ ਕਾਣ ਨਾ ਕੱਢਦੇ ਆਪਣੇ ਗੁਰ ਪ੍ਰਸਾਦੇ। ਕਬੀਰ ਸੁਰਗ ਨਰਕ ਤੇ ਮੈਂ ਰਹੋ, ਸਤਿਗੁਰ ਕੈ ਪ੍ਰਸਾਦ। ਇਸ ਵਾਸਤੇ ਪਰਮਾਤਮਾ ਦੇ ਪਿਆਰਿਆਂ ਵਾਸਤੇ ਨਰਕ ਕਿਹੜਾ? ਪਰਮਾਤਮਾ ਤੋਂ ਵਿਛੜ ਜਾਣਾ, ਪਰਮਾਤਮਾ ਤੋਂ ਵਿਛੜ ਜਾਣਾ। ਤੇ ਸਵਰਗ ਕਿਹੜਾ? ਪਰਮਾਤਮਾ ਦੇ ਨਾਲ ਮਿਲ ਜਾਣਾ। ਜੇ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਮਿਲੇ ਹਾਂ, ਉਹਦੇ ਵਰਗਾ ਸਵਰਗ ਕੋਈ ਨਹੀਂ। ਜੇ ਪਰਮਾਤਮਾ ਤੋਂ ਵਿਛੜੇ ਹੋਏ ਹਾਂ, ਉਹਦੇ ਵਰਗਾ ਨਰਕ ਕੋਈ ਨਹੀਂ। ਇਸ ਵਾਸਤੇ ਸਤਿਗੁਰੂ ਜੀ ਕਹਿੰਦੇ ਨੇ ਕਰਨੀ ਬਾਝੋਂ ਪਿਸਤ ਨਾ ਪਾਏ। ਜੇ ਸਾਡੀ ਕਰਨੀ ਚੰਗੀ ਨਹੀਂ ਤੇ ਅਸੀਂ ਪਰਮਾਤਮਾ ਦਾ ਮਿਲਾਪ ਹਾਸਲ ਨਹੀਂ ਕਰ ਸਕਦੇ। ਹੋਰ ਸਾਡੇ ਕਰਮ ਕਾਂਡ ਸਾਨੂੰ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਨਹੀਂ ਮਿਲਾ ਸਕਦੇ। ਇਸ ਤਰ੍ਹਾਂ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਜੋਗੀ ਕੈ ਘਰ ਜੁਗਤ ਦਸਾਈ। ਹੁਣ ਮਹਾਰਾਜ ਜੀ ਜੋਗੀ ਦੀ ਗੱਲ ਕਰਦੇ ਨੇ। ਪਹਿਲਾਂ ਹਿੰਦੂ ਦੀ ਕੀਤੀ, ਫਿਰ ਮੁਸਲਮਾਨ ਦੀ ਕੀਤੀ। ਮਹਾਰਾਜ ਨੇ ਸਮਝਾਇਆ ਆਪਣੀ ਕਰਨੀ ਚੰਗੀ ਕਰੋ। ਹੁਣ ਗੁਰੂ ਜੀ ਜੋਗੀ ਦੀ ਗੱਲ ਕਰਦੇ ਨੇ। ਜੋਗੀ ਕੈ ਘਰ ਜੁਗਤ ਦਸਾਈ। ਕੋਈ ਜਾਂਦਾ ਹੈ ਜੋਗੀ ਦੇ ਘਰ ਵਿੱਚ, ਜੋਗੀ ਦੇ ਕੋਲ, ਤੇ ਉਹਨੂੰ ਜੋਗ ਦੀ ਜੁਗਤ ਪੁੱਛਦਾ ਹੈ। ਦਸਾਈ ਪੁੱਛਣਾ ਕਿ ਮੈਨੂੰ ਜੋਗ ਮਤ ਦੀ ਜੁਗਤੀ ਦੱਸੋ, ਮੈਂ ਜੀ ਜੋਗੀ ਬਣਨਾ ਚਾਹੁੰਦਾ ਹਾਂ। ਜੋਗ ਮਤ ਦਾ ਇੰਨਾ ਪ੍ਰਭਾਵ ਸੀ ਕਿ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਜੋਗੀ ਬਣ ਗਏ ਸਨ। ਭਰਥਰੀ ਵਰਗੇ ਰਾਜ ਭਾਗ ਛੱਡ ਕੇ ਜੋਗੀ ਬਣ ਗਏ ਸਨ। ਇਸ ਤਰ੍ਹਾਂ ਜੋਗ ਮਤ ਦਾ ਬੜਾ ਪ੍ਰਭਾਵ ਸੀ। ਗੋਪੀ ਚੰਦ ਰਾਜਾ ਸੀ, ਉਹ ਵੀ ਜੋਗੀ ਬਣ ਗਿਆ ਸੀ। ਕਿਉਂਕਿ ਹਰ ਧਰਮ ਆਪਣਾ ਪ੍ਰਭਾਵ ਪਾਉਂਦਾ ਹੈ। ਕੋਈ ਸਮਾਂ ਹੁੰਦਾ ਹੈ ਜਦੋਂ
ਧਰਮ ਬਹੁਤ ਵੱਡੇ ਪੱਧਰ ਤੇ ਫੈਲ ਜਾਂਦਾ ਹੈ। ਫਿਰ ਰਾਜੇ ਮਹਾਰਾਜੇ ਵੀ ਕਈ ਵਾਰ ਡੋਲ ਜਾਂਦੇ ਹਨ। ਜਿਸ ਤਰ੍ਹਾਂ ਚੰਦਰਗੁਪਤ ਮੌਰਿਆ ਬੜਾ ਸਮਰਾਟ ਸੀ, ਉਹਨੇ ਰਾਜ ਭਾਗ ਹਾਸਲ ਕੀਤਾ। ਮਗਧ ਦੀ ਰਾਜਧਾਨੀ ਪਟਨਾ ਉਸ ਦੀ ਰਾਜਧਾਨੀ ਸੀ, ਲੇਕਿਨ ਬਹੁਤਾ ਸਮਾਂ ਉਹਨੇ ਰਾਜ ਨਹੀਂ ਕੀਤਾ। ਉਹ ਫਿਰ ਬੋਧੀ ਬਣ ਗਿਆ, ਉਹ ਜੈਨੀ ਬਣ ਗਿਆ ਸੀ। ਜਿਹੜਾ ਚੰਦਰਗੁਪਤ ਮੌਰਿਆ ਸੀ ਨਾ, ਉਹ ਰਾਜ ਭਾਗ ਛੱਡ ਕੇ ਜੈਨੀ ਬਣ ਗਿਆ ਸੀ। ਤੇ ਉਹਦਾ ਪੋਤਰਾ ਸੀ ਅਸ਼ੋਕ, ਸਮਰਾਟ ਅਸ਼ੋਕਾ, ਬਿੰਦੂਸਾਰ ਦਾ ਪੁੱਤਰ। ਉਹ ਅਸ਼ੋਕਾ ਸਮਰਾਟ ਜਿਹੜਾ ਸੀ, ਉਹਨੇ ਵੀ ਬੜੀ ਮਿਹਨਤ ਕਰਕੇ ਬੜੇ ਜਫਰ ਜਾਲ ਕੇ ਰਾਜ ਭਾਗ ਹਾਸਲ ਕੀਤਾ, ਲੇਕਿਨ ਉਹ ਵੀ ਬਾਅਦ ਵਿੱਚ ਫਿਰ ਬੋਧੀ ਬਣ ਗਿਆ ਸੀ। ਇਸ ਤਰ੍ਹਾਂ ਧਰਮ ਦਾ ਕਈ ਵਾਰ ਪ੍ਰਭਾਵ ਪੈਂਦਾ ਹੈ। ਰਾਜੇ ਮਹਾਰਾਜੇ ਕਈ ਵਾਰ ਉਹ ਵੀ ਆਪਣਾ ਰਾਜ ਭਾਗ ਛੱਡ ਕੇ ਕਈ ਵਾਰ ਧਰਮ ਦੇ ਵਿੱਚ ਆ ਜਾਂਦੇ ਹਨ। ਲੇਕਿਨ ਇੱਥੇ ਸਤਿਗੁਰੂ ਜੀ ਸਮਝਾਉਂਦੇ ਨੇ, ਹੁਣ ਕੋਈ ਜੋਗੀ ਦੇ ਘਰ ਜਾਂਦਾ ਹੈ ਤੇ ਜੋਗ ਮਤ ਧਾਰਨ ਕਰ ਲੈਂਦਾ ਹੈ, ਤੇ ਫਿਰ ਮਹਾਰਾਜ ਜੀ ਕੀ ਕਿਰਪਾ ਕਰਦੇ ਹਨ, ਤਿਤ ਕਾਰਨ ਕੰਨ ਮੁਦਰਾ ਪਾਈ। ਸੋ ਉਹਨੇ ਜੋਗ ਮਤ ਨੂੰ ਧਾਰਨ ਕੀਤਾ, ਕੰਨਾਂ ਵਿੱਚ ਮੁਦਰਾ ਪਾ ਲਈਆਂ। ਕੰਨਾਂ ਵਿੱਚ ਮੁਦਰਾ ਪਾਉਣ ਤੋਂ ਭਾਵ ਹੈ ਕਿ ਸਭ ਕੁਝ ਛੱਡ ਦਿੱਤਾ, ਦੁਨੀਆ ਦੇ ਸੁੱਖ ਛੱਡ ਦਿੱਤੇ, ਘਰ-ਬਾਰ ਛੱਡ ਦਿੱਤਾ, ਪਰਿਵਾਰ ਛੱਡ ਦਿੱਤਾ, ਧੀਆਂ ਪੁੱਤਰ ਛੱਡ ਦਿੱਤੇ, ਸਭ ਕੁਝ ਛੱਡ ਦਿੱਤਾ ਤੇ ਛੱਡ ਕੇ ਜੋਗ ਮਤ ਧਾਰਨ ਕਰ ਲਿਆ, ਖੱਪਰ ਫੜ ਲਿਆ, ਮੰਗ ਕੇ ਖਾਣ ਲੱਗ ਪਿਆ। ਤੇ ਮਹਾਰਾਜ ਕਹਿੰਦੇ ਹਨ, ਹੁਣ ਕੰਨ ਵਿੱਚ ਮੁਦਰਾ ਪਾ ਲਈਆਂ ਨੇ, ਜੋਗ ਮਤ ਧਾਰਨ ਕਰ ਲਿਆ, ਤੇ ਫੇਰ ਜੀ ਮੁਦਰਾ ਪਾਏ ਫਿਰੈ ਸੰਸਾਰ। ਹੁਣ ਸੰਸਾਰ ਵਿੱਚ ਫਿਰਦਾ ਹੈ, ਕਿਉਂਕਿ ਜੋਗੀ ਰਮਤੇ ਹੁੰਦੇ ਨੇ ਨਾ। ਜੋਗੀ ਜਿਹੜੇ ਨੇ ਉਹ ਫਿਰਦੇ ਰਹਿੰਦੇ ਨੇ, ਇੱਕ ਥਾਂ ਤੇ ਟਿਕ ਕੇ ਨਹੀਂ ਬਹਿੰਦੇ। ਉਹਨਾਂ ਦਾ ਇਹੀ ਮੰਨਣਾ ਹੈ ਭ੍ਰਮਣ ਕਰਨਾ, ਧਰਤੀ ਦਾ ਭ੍ਰਮਣ ਕਰਨਾ। ਸਤਿਗੁਰੂ ਜੀ ਕਹਿੰਦੇ ਨੇ ਜੋਗੀ ਜਿਹੜਾ ਹੈ ਕੰਨ ਵਿੱਚ ਮੁਦਰਾ ਪਾ ਕੇ ਧਰਤੀ ਦਾ ਭ੍ਰਮਣ ਕਰਦਾ ਹੈ, ਸੰਸਾਰ ਵਿੱਚ ਫਿਰਦਾ ਹੈ, ਕਿਤੇ ਟਿਕ ਕੇ ਨਹੀਂ ਬੈਠਦਾ। ਜਿੱਥੈ ਕਿਥੈ ਸਿਰਜਣਹਾਰ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਪਰਮਾਤਮਾ ਤੇ ਹਰ ਥਾਂ ਮੌਜੂਦ ਹੈ, ਭਟਕਣ ਦੀ ਕੀ ਲੋੜ ਹੈ। ਗੁਰਮਤਿ ਵਿੱਚ ਭਟਕਣਾ ਨੂੰ ਕੋਈ ਥਾਂ ਨਹੀਂ ਹੈ। ਗੁਰਮਤਿ ਵਿੱਚ ਟਿਕਾਓ ਹੈ, ਟਿਕੋ। ਮਹਾਰਾਜ ਕਹਿੰਦੇ ਨੇ, ਹਿਰਦੈ ਨਾਮ ਵਸਾਇਓ, ਘਰ ਬੈਠੇ ਗੁਰੂ ਤੇ ਆਇਓ। ਥਿਰ ਘਰ ਬੈਸੋ ਹਰਿ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਟਿਕ ਕੇ ਬੈਠਣਾ ਸਿੱਖੋ। ਗੁਰਮਤਿ ਵਿੱਚ ਟਿਕਾਓ ਹੈ, ਜੋਗ ਮਤ ਵਿੱਚ ਹੋਰ ਧਰਮਾਂ ਵਿੱਚ ਭਟਕਣਾ ਹੈ। ਸਤਿਗੁਰੂ ਜੀ ਨੇ ਐਸੇ ਬਚਨ ਬਾਣੀ ਵਿੱਚ ਬਹੁਤ ਥਾਵੇਂ ਸਾਨੂੰ ਬਖਸ਼ਿਸ਼ ਕੀਤੇ ਨੇ। ਕਾਹੇ ਭ੍ਰਮਤ ਭ੍ਰਮੋ ਨਾ ਭਾਈ, ਰਵਿਆ ਰੇ ਰਵਿਆ ਸਰਬ ਥਾਨ। ਮਹਾਰਾਜ ਕਹਿੰਦੇ ਨੇ, ਕਿਉਂ ਭਟਕਦੇ ਫਿਰਦੇ ਹੋ? ਰੱਬ ਤੇ ਹਰ ਥਾਂ ਹੈ, ਰੱਬ ਤੇ ਤੁਹਾਡੇ ਘਰ ਵੀ ਹੈ। ਘਰ ਕੀ ਤੁਹਾਡੇ ਅੰਦਰੇ ਬੈਠਾ ਹੋਇਆ ਰੱਬ ਤੇ, ਕਿਉਂ ਭਟਕਦੇ ਫਿਰਦੇ ਹੋ? ਸੋ ਜੋਗੀ ਜਿਹੜਾ ਉਹ ਭਟਕਦਾ ਫਿਰਦਾ ਕਿਤੋਂ ਰੱਬ ਮਿਲ ਜਾਏ, ਤਾਂ ਮਹਾਰਾਜ ਕਹਿੰਦੇ ਨੇ ਰੱਬ ਤੇ ਉੱਥੇ ਹੀ ਹੈ ਜਿੱਥੇ ਤੂੰ ਬੈਠਾ ਹੈ। ਕੋਈ ਭਟਕਿਆ ਰੱਬ ਥੋੜ੍ਹਾ ਮਿਲਣਾ ਪਈ ਇੱਥੇ ਨੇ ਤੇ ਚੱਲ ਉੱਥੋਂ ਲੱਭ ਲੈਂਦੇ ਆ। ਇਹ ਕੋਈ ਆਪਾਂ ਵਸਤੂ ਥੋੜ੍ਹਾ ਖਰੀਦਣੀ ਵੀ ਇਸ ਦੁਕਾਨ ਤੋਂ ਨਹੀਂ ਮਿਲੀ ਤੇ ਚੱਲ ਦੂਜੀ ਦੁਕਾਨ ਤੋਂ ਨਹੀਂ ਮਿਲੇ ਚੱਲ ਦੂਜੇ ਸ਼ਹਿਰ ਚੋਂ। ਤਾਂ ਸੱਚੇ ਪਾਤਸ਼ਾਹ ਕਹਿੰਦੇ ਨੇ ਜੋਗੀ ਜਿਹੜਾ ਭਟਕਦਾ ਹੈ ਪਰ ਪਰਮਾਤਮਾ ਦੇ ਵਿੱਚ ਸਰਬ ਵਿਆਪਕ ਹੈ। ਜੇਤੇ ਜੀ ਤੇਤੇ ਵਾਟਾਉ। ਸੋ ਸਤਿਗੁਰੂ ਨਾਨਕ ਪਾਤਸ਼ਾਹ ਜੀ ਤਤਸਾਰ ਸਾਨੂੰ ਹੁਣ ਸਮਝਾਉਂਦੇ ਨੇ। ਮਹਾਰਾਜ ਕਹਿੰਦੇ ਨੇ, ਚਾਹੇ ਕੋਈ ਹਿੰਦੂ ਹੋਵੇ, ਚਾਹੇ ਕੋਈ ਮੁਸਲਮਾਨ ਹੋਵੇ, ਚਾਹੇ ਕੋਈ ਜੋਗੀ ਹੋਵੇ, ਤੇ ਅਸੀਂ ਵੀ ਹੁਣ ਆਪਣੇ ਆਪ ਨੂੰ ਵਿੱਚ ਸ਼ਾਮਲ ਕਰ ਸਕਦੇ ਹਾਂ। ਮਹਾਰਾਜ ਕਹਿੰਦੇ ਨੇ, ਜਿੰਨੇ ਵੀ ਜੀਵ ਨੇ ਸਭ ਵਟਾਊ ਨੇ। ਵਟਾਊ ਦਾ ਅਰਥ ਹੁੰਦਾ ਮੁਸਾਫਰ। ਅਸੀਂ ਸਾਰੇ ਮੁਸਾਫਰ ਹਾਂ, ਰਾਹਗੀਰ ਹਾਂ, ਚੱਲਣ ਵਾਲੇ ਹਾਂ ਜੀ। ਚੀਰੀ ਆਈ ਢਿਲ ਨਾ ਕਾਉ। ਚੀਰੀ ਦਾ ਅਰਥ ਹੁੰਦਾ ਚਿੱਠੀ। ਚੀਰੀ ਦਾ ਅਰਥ ਹੁੰਦਾ ਚਿੱਠੀ। ਚੀਰੀ ਆਈ ਢਿਲ ਨਾ ਕਾਉ। ਹੁਣ ਕੋਈ ਵੀ ਢਿਲ ਨਹੀਂ ਕਰ ਸਕਦਾ ਜਦੋਂ ਉਹਦੀ ਚਿੱਠੀ ਆ ਗਈ। ਚੀਰੀ ਉਹਨੂੰ ਤਾਂ ਕਹਿੰਦੇ ਨੇ, ਪੁਰਾਣੇ ਸਮਿਆਂ ਦੇ ਵਿੱਚ ਸਾਧ ਸੰਗਤ ਜੀ, ਜਦੋਂ ਮੌਤ ਦੀ ਚਿੱਠੀ ਆਉਂਦੀ ਸੀ ਨਾ, ਕਿਸੇ ਦੀ ਚਿੱਠੀ ਆਈ ਮਰੇ ਦੀ, ਤੇ ਉਹ ਨਾ ਚਿੱਠੀ ਥੋੜ੍ਹੀ ਜਿਹੀ ਇੱਕ ਪਾਸੋਂ ਪਾੜ ਦਿੱਤੀ ਜਾਂਦੀ ਸੀ, ਥੋੜ੍ਹੀ ਜਿਹੀ। ਤੇ ਜਦੋਂ ਚਿੱਠੀ ਆਉਂਦੀ ਸੀ ਤਾਂ ਦੇਖਿਆ ਜਾਂਦਾ ਵੀ ਚਿੱਠੀ ਪਾਟੀ, ਉਹ ਤੋਂ ਉੱਥੋਂ ਨਾ ਪੜ੍ਹਨ ਵਾਲਾ ਫਿਰ ਅੰਦਾਜ਼ਾ ਲਾ ਲੈਂਦਾ ਸੀ ਵੀ ਚਿੱਠੀ ਕੋਈ ਖੁਸ਼ੀ ਦੀ ਨਹੀਂ, ਇਹ ਚਿੱਠੀ ਮਰੇ ਦੀ। ਉੱਥੋਂ ਸ਼ਬਦ ਪਿਆ ਚੀਰੀ, ਚੀਰਨਾ, ਕਿਸੇ ਚੀਜ਼ ਨੂੰ ਪਾੜਨਾ। ਤੇ ਜਿਹੜੀ ਚਿੱਠੀ ਖੁਸ਼ੀ ਦੀ ਹੁੰਦੀ ਸੀ ਉਹ ਚੀਰੀ ਨਹੀਂ ਸੀ ਜਾਂਦੀ, ਕਿਉਂਕਿ ਇੱਕਦਮ ਚਿੱਠੀ ਅਗਲਾ ਖੋਲ੍ਹੇ ਉਹਨੂੰ ਸ਼ੌਕ ਲੱਗ ਸਕਦਾ। ਤਾਂ ਸਿਆਣੇ ਪੁਰਸ਼ਾਂ ਨੇ ਇਹ ਫਿਰ ਇੱਕ ਨਿਯਮ ਬਣਾਇਆ ਵੀ ਜਦੋਂ ਕੋਈ ਸ਼ੌਕ ਦੀ ਚਿੱਠੀ ਹੋਵੇ, ਕੋਈ ਮਰੇ ਦੀ ਚਿੱਠੀ ਹੋਵੇ, ਉਹਨੂੰ ਥੋੜ੍ਹਾ ਜਿਹਾ ਇੱਕ ਪਾਸਿਓਂ ਪਾੜ ਦਿਓ, ਤਾਂ ਕਿ ਅਗਲਾ ਫਿਰ ਚਿੱਠੀ ਪੜ੍ਹਨ ਤੋਂ ਪਹਿਲਾਂ ਆਪਣਾ ਮਨ ਉਸ ਤਰ੍ਹਾਂ ਦਾ ਬਣਾ ਲੈਂਦਾ, ਫਿਰ ਥੋੜ੍ਹਾ ਜਿਹਾ ਹੌਸਲੇ ਵਿੱਚ ਹੋ ਕੇ ਅਗਲਾ ਚਿੱਠੀ ਪੜ੍ਹਦਾ। ਸੋ ਸਿਆਣਿਆਂ ਨੇ ਜੋ ਰਵਾਇਤਾਂ ਬਣਾਈਆਂ ਉਹ ਗਲਤ ਨਹੀਂ ਸੀ, ਸਹੀ ਸੀ, ਵਧੀਆ ਸੀ। ਸੋ ਇਸ ਕਰਕੇ ਸ਼ਬਦ ਪੈ ਗਿਆ ਚੀਰੀ। ਤਾਂ ਮਹਾਰਾਜ ਕਹਿੰਦੇ ਨੇ, ਜਦੋਂ ਪਰਮਾਤਮਾ ਦੀ ਚਿੱਠੀ ਆ ਗਈ, ਮੌਤ ਦਾ ਸੱਦਾ ਆ ਗਿਆ, ਭਾਈ ਫਿਰ ਕਿਸੇ ਨੇ ਢਿਲ ਨਹੀਂ ਕਰ। ਫਿਰ ਜਿਹੜਾ ਮਰਜੀ ਜਿਸ ਮਰਜੀ ਧਰਮ ਦੇ ਵਿੱਚ ਹੋਵੇ, ਫੇਰ ਨਹੀਂ। ਫਿਰ ਕੋਈ ਕਹੇ ਨਹੀਂ ਜੀ ਮੈਂ ਤੇ ਇਸ ਧਰਮ ਦੇ ਵਿੱਚ ਆ, ਮੈਨੂੰ 2 ਦਿਨ ਹੋਰ ਦੇ ਦਿਓ, ਨਾ, ਇੱਦਾਂ ਨਹੀਂ ਚੱਲਣਾ। ਫਿਰ ਮਹਾਰਾਜ ਕਹਿੰਦੇ ਨੇ, ਇੱਥੋਂ ਚੱਲਣਾ ਹੀ ਪੈਣਾ ਹੈ।
ਇਥੈ ਜਾਣੈ ਸੋ ਜਾਏ ਸਿਆਣੈ। ਹੁਣ ਮਹਾਰਾਜ ਕਹਿੰਦੇ ਨੇ ਜਿਹਨੇ ਇੱਥੇ ਪ੍ਰਮਾਤਮਾ ਨਾਲ ਸਾਂਝ ਪਾ ਲਈ ਹੈ, ਇੱਥੇ ਜਾਣਾ, ਇਸ ਮਨੁੱਖਾ ਜੀਵਨ ਦੇ ਵਿੱਚ ਜਿਹਨੇ ਪ੍ਰਮਾਤਮਾ ਨੂੰ ਯਾਦ ਕੀਤਾ ਹੈ, ਸੋ ਜਾਏ ਸਿਆਣੈ, ਉਹ ਇੱਥੋਂ ਜਾ ਕੇ ਵੀ ਰੱਬ ਨੂੰ ਪਛਾਣ ਲੈਂਦਾ ਹੈ, ਪ੍ਰਮਾਤਮਾ ਨਾਲ ਮਿਲ ਜਾਂਦਾ ਹੈ। ਜੇ ਅਸੀਂ ਜਿਉਂਦੇ ਜੀ ਰੱਬ ਨਾਲ ਨਹੀਂ ਮਿਲੇ ਤੇ ਮਰ ਕੇ ਅਸੀਂ ਰੱਬ ਨਾਲ ਕਿੱਥੋਂ ਮਿਲ ਜਾਵਾਂਗੇ ਜੀ। ਜਿਹੜੇ ਜਿਉਂਦੇ ਜੀ ਰੱਬ ਨਾਲ ਮਿਲੇ ਹੋਏ ਨੇ, ਮਰ ਕੇ ਵੀ ਉਹੀ ਰੱਬ ਨਾਲ ਮਿਲ ਸਕਦੇ ਹਨ। ਲੇਕਿਨ ਸਾਨੂੰ ਭਰਮ ਪਿਆ ਨਹੀਂ ਕਿ ਇੱਥੇ ਜਿਉਂਦੇ ਜੀ ਅਸੀਂ ਜੋ ਮਰਜ਼ੀ ਕਰੀ ਜਾਈਏ, ਪਾਪ ਕਰੀ ਜਾਈਏ, ਪੁੰਨ ਕਰੀ ਜਾਈਏ, ਜੋ ਮਰਜ਼ੀ ਕਰੀ ਜਾਈਏ, ਤੇ ਫਿਰ ਅਸੀਂ ਮਰਨ ਤੋਂ ਬਾਅਦ ਰੱਬ ਨਾਲ ਮਿਲ ਹੀ ਜਾਣਾ। ਇਹ ਸਾਨੂੰ ਭੁਲੇਖੇ ਪਏ ਹੋਏ ਨੇ। ਜੇ ਅਸੀਂ ਜਿਉਂਦੇ ਜੀ ਮੁਕਤ ਨਹੀਂ, ਅਸੀਂ ਮਰ ਕੇ ਵੀ ਮੁਕਤ ਨਹੀਂ। ਜੇ ਅਸੀਂ ਜਿਉਂਦੇ ਜੀ ਮਨੁੱਖਾ ਜਨਮ ਦੇ ਵਿੱਚ ਪ੍ਰਮਾਤਮਾ ਨਾਲ ਮਿਲੇ ਨਹੀਂ, ਤੇ ਅਸੀਂ ਮਰ ਕੇ ਵੀ ਪ੍ਰਮਾਤਮਾ ਨਾਲ ਨਹੀਂ ਮਿਲ ਸਕਦੇ। ਗੁਰੂ ਨਾਨਕ ਪਾਤਸ਼ਾਹ ਜੀ ਦਾ ਕਿੰਨਾ ਸਪਸ਼ਟ ਫੈਸਲਾ, ਇੱਥੇ ਜਾਣਾ ਸੋ ਜਾਏ ਸਿਆਣੈ। ਜਿਹੜਾ ਇੱਥੇ ਰੱਬ ਨੂੰ ਜਾਣ ਲਵੇਗਾ, ਉਹ ਅੱਗੇ ਪ੍ਰਮਾਤਮਾ ਨੂੰ ਪਹਿਚਾਣ ਲਵੇਗਾ, ਪ੍ਰਮਾਤਮਾ ਦੇ ਨਾਲ ਡੂੰਘੀ ਸਾਂਝ ਪਾ ਲਵੇਗਾ, ਉਹ ਪ੍ਰਮਾਤਮਾ ਵਿੱਚ ਲੀਨ ਹੋ ਜਾਏਗਾ, ਉਹ ਜਨਮ ਮਰਨ ਤੋਂ ਮੁਕਤੀ ਪਾ ਲਵੇਗਾ ਜੀ। ਹੋਰ ਫੱਕੜ ਹਿੰਦੂ ਮੁਸਲਮਾਨ ਹੈ। ਫੱਕੜ ਦਾ ਅਰਥ ਹੁੰਦਾ ਫੋਕਟ, ਨਿਸ਼ਫਲ। ਸਤਿਗੁਰੂ ਜੀ ਕਹਿੰਦੇ ਨੇ ਬਾਕੀ ਸਭ, ਚਾਹੇ ਕੋਈ ਹਿੰਦੂ, ਚਾਹੇ ਕੋਈ ਮੁਸਲਮਾਨ, ਚਾਹੇ ਕੋਈ ਵੀ, ਉਹ ਸਭ ਫੋਕਟ ਹੈ, ਵਿਅਰਥ ਹੈ। ਐਵੇਂ ਵਾਧੂ ਦੇ ਭਰਮ ਪਾਲੇ ਹੋਏ ਨੇ, ਮੈਂ ਇਸ ਧਰਮ ਵਿੱਚ, ਮੈਂ ਇਸ ਧਰਮ ਵਿੱਚ, ਹੈ ਬਕਵਾਸ, ਸਭ ਫਜ਼ੂਲ। ਮਹਾਰਾਜ ਕਹਿੰਦੇ ਨੇ ਆਪਣੀ ਕਰਨੀ ਉੱਚੀ ਬਣਾਓ, ਆਪਣੇ ਕਰਮ ਨੂੰ ਮਹਾਨ ਬਣਾਓ, ਤੇ ਫਿਰ ਉਸ ਪਰਮਾਤਮਾ ਦੇ ਨਾਲ ਡੂੰਘੀ ਸਾਂਝ ਪਾ ਕੇ ਰੱਖੋ। ਆਪਣੇ ਜਿਸ ਵੀ ਤੁਸੀਂ ਧਰਮ ਦੇ ਵਿੱਚ ਹੋ, ਪਰਮਾਤਮਾ ਨਾਲ ਜ਼ਰੂਰ ਆਪਣੀ ਸਾਂਝ ਬਣਾ ਕੇ ਰੱਖੋ। ਪਰਮਾਤਮਾ ਨਾਲ ਸਾਂਝ ਬਣਾਓਗੇ ਤੇ ਪਰਮਾਤਮਾ ਦੇ ਨਾਲ ਮਿਲ ਜਾਓਗੇ। ਤੇ ਜੇ ਤੁਸੀਂ ਇਹ ਸਮਝੋ ਨਹੀਂ ਜੀ ਅਸੀਂ ਤੇ ਇਸ ਧਰਮ ਵਿੱਚ ਹਾਂ, ਬਸ ਅਸੀਂ ਰੱਬ ਤੋਂ ਹੁਣ ਕੀ ਲੈਣਾ ਦੇਣਾ, ਸਾਡਾ ਤੇ ਭਲਾ ਹੋ ਹੀ ਜਾਣਾ, ਮਹਾਰਾਜ ਕਹਿੰਦੇ ਉਹ ਤੁਹਾਡੇ ਖਿਆਲ ਫੋਕਟ ਨੇ, ਉਹ ਵਿਅਰਥ ਨੇ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਸਾਨੂੰ ਸਮਝਾਉਂਦੇ ਹਨ, ਸਭਨਾ ਕਾ ਦਰ ਲੇਖਾ ਹੋਏ। ਮਹਾਰਾਜ ਕਹਿੰਦੇ ਨੇ ਲੇਖਾ ਸਾਰਿਆਂ ਦੇ ਹੋਣਾ, ਸਭਨਾ ਦਾ ਲੇਖਾ ਹੋਣਾ ਭਾਈ, ਹਿਸਾਬ ਕਿਤਾਬ ਸਾਰਿਆਂ ਦਾ ਹੋਣਾ। ਇਹ ਨਹੀਂ ਕਿ ਰੱਬ ਕਹੇਗਾ ਚੱਲ ਇਹ ਇਸ ਧਰਮ ਦੇ ਵਿੱਚ ਸੀ, ਚਲੋ ਜੀ ਇਹਨੂੰ ਛੱਡ ਦਿੰਦੇ ਆ, ਇੱਦਾਂ ਨਹੀਂ ਹੋਣਾ ਵੀ ਇਹ ਜੀ ਪੈਸੇ ਵਾਲਾ ਬੜਾ ਸੀ, ਇਹਨੇ ਦਾਨ ਬੜਾ ਦਿੱਤਾ, ਚਲੋ ਇਹਨੂੰ ਛੱਡ ਦਿੰਦੇ ਆ, ਨਾ, ਇੱਦਾਂ ਨਹੀਂ ਹੋਣਾ। ਉੱਥੇ ਜਾਂ ਕਹੀਏ ਜੀ ਇਹਨੇ ਬੜੇ ਤੀਰਥਾਂ ਤੇ ਇਸ਼ਨਾਨ ਕੀਤੇ ਆ ਜੀ, ਇਹਨੂੰ ਛੱਡ ਦੇਈਏ, ਇੱਦਾਂ ਵੀ ਨਹੀਂ ਹੋਣਾ। ਉੱਥੇ ਤੇ ਸਾਰਿਆਂ ਦਾ ਹਿਸਾਬ ਹੋਣਾ, ਚਾਹੇ ਕੋਈ ਚੰਗਾ ਤੇ ਚਾਹੇ ਕੋਈ ਮਾੜਾ। ਗੁਰੂ ਨਾਨਕ ਪਾਤਸ਼ਾਹ ਜੀ ਦੇ ਆਸਾ ਕੀ ਵਾਰ ਦੇ ਵਿੱਚ ਬਚਨ ਆਉਂਦੇ ਨੇ, ਦੀਵਾਨ ਏਕੋ ਕਲਮ ਏਕਾ ਹਮਾ ਤੁਮਾ ਮੇਲ, ਦਰ ਲਏ ਲੇਖਾ ਪੀੜ ਛੁੱਟੈ ਨਾਨਕਾ ਜੋ ਤੇਲ। ਉੱਥੇ ਹਮਾ ਤੁਮਾ, ਹਮ ਤੁਮ ਸਭ ਇਕੱਠੇ ਹੋਣੇ ਨੇ। ਪਰਮਾਤਮਾ ਦਾ ਹਿਸਾਬ ਕਿਤਾਬ, ਪਰਮਾਤਮਾ ਨੇ ਸਾਰਿਆਂ ਦਾ ਹਿਸਾਬ ਕਿਤਾਬ ਕਰਦਾ ਹੈ। ਤੇ ਸੱਚੇ ਪਾਤਸ਼ਾਹ ਜੀ ਕੀ ਕਿਰਪਾ ਕਰਦੇ ਹਨ, ਕਰਨੀ ਬਾਝੋਂ ਤਰੈ ਨਾ ਕੋਏ। ਬਸ ਉੱਥੇ ਕਰਨੀ ਦੇਖੀ ਜਾਣੀ ਹੈ, ਪਰਮਾਤਮਾ ਦੀ ਹਜ਼ੂਰੀ ਵਿੱਚ ਕਰਨੀ ਦੇਖੀ ਜਾਣੀ ਹੈ। ਇਹਨੇ ਕੀਤਾ ਕੀ ਹੈ? ਪਰਮਾਤਮਾ ਨੇ ਇਹ ਨਹੀਂ ਦੇਖਣਾ ਤੂੰ ਕਿਹੜੀ ਜਾਤ ਦਾ ਸੀ, ਪਰਮਾਤਮਾ ਨੇ ਇਹ ਨਹੀਂ ਦੇਖਣਾ ਤੂੰ ਕਿਹੜੇ ਧਰਮ ਵਿੱਚ ਸੀ, ਪਰਮਾਤਮਾ ਨੇ ਇਹ ਨਹੀਂ ਦੇਖਣਾ ਤੂੰ ਕਿਹੜੇ ਵਰਨ ਵਿੱਚ ਸੀ, ਨਾ, ਉੱਥੇ ਸਾਡੀ ਕਰਨੀ ਦੇਖੀ ਜਾਣੀ ਹੈ। ਅਸੀਂ ਜ਼ਿੰਦਗੀ ਵਿੱਚ ਬੋਲਿਆ ਕੀ, ਸੁਣਿਆ ਕੀ, ਦੇਖਿਆ ਕੀ, ਕੀਤਾ ਕੀ, ਇਹ ਦੇਖਿਆ ਜਾਣਾ ਹੈ। ਪਰਮਾਤਮਾ ਨੇ ਸਾਨੂੰ ਜ਼ੁਬਾਨ ਦਿੱਤੀ, ਇਸ ਜ਼ੁਬਾਨ ਦੇ ਨਾਲ ਅਸੀਂ ਕੌੜਾ ਬੋਲਦੇ ਰਹੇ ਜਾਂ ਮਿੱਠਾ। ਪਰਮਾਤਮਾ ਨੇ ਸਾਨੂੰ ਕੰਨ ਦਿੱਤੇ ਨੇ, ਇਸ ਕੰਨ ਨਾਲ ਅਸੀਂ ਬਾਣੀ ਸੁਣੀਏ ਜਾਂ ਕਿ ਗੀਤ ਸੁਣਦੇ ਰਹੇ। ਅਸੀਂ ਇਹਨਾਂ ਕੰਨਾਂ ਨਾਲ ਸੱਚ ਸੁਣਿਆ ਜਾਂ ਕਿ ਝੂਠ ਹੀ ਸੁਣਦੇ ਰਹੇ। ਇਹ ਜ਼ੁਬਾਨ ਦੇ ਨਾਲ ਅਸੀਂ ਝੂਠ ਬੋਲਦੇ ਰਹੇ ਜਾਂ ਸੱਚ ਵੀ ਕਦੇ ਬੋਲਿਆ ਹੈ, ਪਰਮਾਤਮਾ ਨੇ ਦੇਖਣਾ। ਇਹਨਾਂ ਹੱਥਾਂ ਨਾਲ ਕਦੇ ਕਿਸੇ ਦਾ ਭਲਾ ਵੀ ਕੀਤਾ ਜਾਂ ਇਹਨਾਂ ਹੱਥਾਂ ਦੇ ਨਾਲ ਦੂਸਰਿਆਂ ਤੇ ਜ਼ੁਲਮੇ ਕਰਦੇ ਰਹੇ, ਪਰਮਾਤਮਾ ਨੇ ਇਹ ਦੇਖਣਾ ਹੈ। ਇਹਨਾਂ ਪੈਰਾਂ ਨਾਲ ਚੱਲ ਕੇ ਕਿਸੇ ਦਾ ਭਲਾ ਵੀ ਕੀਤਾ ਜਾਂ ਇਹਨਾਂ ਪੈਰਾਂ ਨਾਲ ਦੂਸਰਿਆਂ ਦਾ ਵਿਗਾੜਨ ਵਾਸਤੇ ਜਾਂਦੇ ਰਹੇ, ਰੱਬ ਨੇ ਇਹ ਦੇਖਣਾ ਹੈ। ਪਰਮਾਤਮਾ ਨੇ ਦੇਖਣਾ ਹੈ ਸਰੀਰ ਜੋ ਸਾਨੂੰ ਦਿੱਤਾ, ਇਹਦੇ ਨਾਲ ਅਸੀਂ ਕੀਤਾ ਕੀ ਹੈ, ਕਿਉਂਕਿ ਸਰੀਰ ਇੱਕ ਧਰਤੀ ਹੈ ਤੇ ਕਰਮ ਇੱਕ ਬੀਜ ਨੇ। ਧਰਤੀ ਚਾਹੇ ਪਥਰੀਲੀ ਹੋਵੇ, ਕਲਰੀਲੀ ਹੋਵੇ, ਚਾਹੇ ਉਪਜਾਊ ਹੋਵੇ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਫਰਕ ਪੈਂਦਾ ਉਹਦੇ ਵਿੱਚ ਅਸੀਂ ਬੀਜਿਆ ਕੀ ਹੈ। ਧਰਤੀ ਹੋਵੇ ਉਪਜਾਊ ਤੇ ਬੀਜੀਆਂ ਹੋਣ ਅਸੀਂ ਕਿਕਰਾਂ, ਉਹਦੇ ਨਾਲ ਕੀ ਫਰਕ ਪਏਗਾ ਜੀ? ਅਸੀਂ ਕਹਾਂਗੇ ਨਹੀਂ ਜੀ ਧਰਤੀ ਤੇ ਮਹਾਨ ਹੀ ਸੀ, ਧਰਤੀ ਤੋਂ ਕੀ ਲੈਣਾ ਦੇਣਾ, ਬੀਜਿਆ ਕੀ ਹੈ? ਧਰਤੀ ਹੋਵੇ ਉਪਜਾਊ ਤੇ ਬੀਜੇ ਹੋਣ ਕੰਡੇ, ਬੀਜੇ ਹੋਣ ਜ਼ਹਿਰ ਵਾਲੇ ਫਲ, ਤੇ ਫਿਰ ਸਾਨੂੰ ਉਹੀ ਕੁਝ ਮਿਲਣਾ ਹੈ। ਇਸ ਵਾਸਤੇ ਪ੍ਰਮਾਤਮਾ ਨੇ ਸਾਨੂੰ ਸਰੀਰ ਇੱਕ ਧਰਤੀ ਦਿੱਤਾ ਹੈ। ਮਹਾਰਾਜ ਕਹਿੰਦੇ ਨੇ ਕਰਮ ਧਰਤੀ ਸਰੀਰ ਜੁਗ ਅੰਤਰ, ਜੋ ਬੋਵੈ ਸੋ ਖਾਤ, ਕਹੋ ਨਾਨਕ ਭਗਤ ਸੋਹੇ ਦਰਬਾਰੇ, ਮਨਮੁਖ ਸਦਾ ਭਵਾਤ।
इस वास्ते असीं इस शरीर रूपी धरती विच चंगी करनी, चंगे कर्मां दा बीज बोना। जे साडी करनी चंगी होएगी तो असीं तर जांगे, असीं किनारे लग जांगे, मार्ग दीआं नज़रां विच प्रवान चढ़ जांगे। नहीं तो महाराज कहते ने करनी बांझो तरै ना कोई, सच्चो सच वखाणै कोई। सतगुरु जी कहते ने निरोल सच नूं कोई बिरला ही उचारण करता है। सदा स्थिर रहण वाले परमात्मा नूं कोई बिरला ही जपदा है भाई। सब कर्म कांडां विच फसे हुए ने, सब फोकट दे वਹਿਮਾਂ ਭਰਮਾਂ ਵਿੱਚ फसे हुए ने, होर पासे ही पए हुए ने, उजड़े ही पए हुए ने। कोई बिरला है परमेश्वर वाहिगुरू जी का प्यारा नाम सिमरन वाला, जिन्हें अपनी सुरत परमेश्वर के नाम विच जोड़ी हुई है। जिहड़ा होर झंझटां तो मुक्त है, वो नाम सिमरन वाला महापुरख कोई बिरला है जिहड़ा मुक्त होना है। इसलिए महाराज कहते हैं राम संत मैं भेद किछ नाही, एक जन कई मैं लाख करोड़ी। कोई बिरला है भाई लखा करोड़ां विचों, कोटन मैं नानक कहूँ नारायण जह चीत। कोई बिरला है जग में उत्तम काढ़िए, बिरले कई के बिरले ने। इस तरह महाराज कृपा करते हैं, नानक अगे पुछ ना होए। जिहड़ा नाम सिमरन दे विच जुड़िया ओदी पुछ गिछ नहीं हुंदी। एक सिर्फ नाम जपण वाला सिमरन वाला परमेश्वर दे नाल जुड़िया होया महापुरख, उसकी पुछ गिछ नहीं होनी। बाकी जिन्ने भी ने सबना की पुछ गिछ होनी है। चाहे कोई दानी है, चाहे कोई शनानी है, चाहे कोई जपी है, चाहे कोई तपी है, चाहे कोई जिहड़े मर्जी धर्म नाल कोई संबंध रखता है। सतगुरु जी कहते हैं सारियां दी पुछ गिछ होएगी। नहीं होएगी तो एक नाम सिमरन वाले महापुरख की पुछ गिछ नहीं होएगी। इसे करके सच्चे पातशाह गुरु अर्जन साहब जी महाराज जिन्होंने बचन इत्थों शुरू किया कि हम संतन की रेन प्यारे, हम संतन की शरणा। संत हमारी ओट सताणी, संत हमारा गहना। हम संतन स्यों बने आई, पूर्व लिखिया पाई, ए मन तेरा पाई रहाओ। संतन स्यों मेरी लेवा देवी, संतन स्यों व्यवहारा। संतन स्यों हम लाहा खाटिया, हर भगत भरे भंडारा। संतन मोको पूंजी सौंपी, तो उतरिया मन का धोखा। धर्म राय अब कहाँ करेगो, जो फाट्यो सगलो लेखा। महा आनंद भय सुख पाया, संतन कै प्रसादे। कहो नानक हर्षों मन मानिया, रंग रते बिस्मादे। इसलिए परमात्मा के प्यारियां की वडियाई है। भाग ठड़े हर संत तुम्हारे, जिन घर धन हर नामा। परवान गणी सही ए आए, सफल तिना के कामा। मेरे राम हर जन कै हों बल जाई, केसा का कर चवर ढोलावा, चरण धूड़ मुख लाई। इस तरह महाराज ने नाम जपण वालियां की वडियाई की है। होर किसी नूं महाराज ने माण नहीं बख्शिया, महाराज ने होर किसी नूं गुरबाणी दे विच स्थान नहीं मिलिया। इसलिए महाराज गुरु नानक पातशाह जी राग तलंग दे विच कृपा करते हैं। हों कुरबाने जाऊं मेहरबाना, हों कुरबाने जाऊं, हों कुरबाने जाऊं तिना कह लैन जो तेरा नाऊं। लैन जो तेरा नाऊं तिना कह हों सद कुरबाने जाऊं। क्योंकि सब तो औखा काम है नाम जपना। तीर्थां दा इशनान करना उन्ना औखा काम नहीं, दान करना उन्ना औखा काम नहीं, होर झंझट करने इन्ने औखे नहीं जिन्ना औखा काम है नाम जपना। असीं रोजाना पढ़ते हैं ना गुरु नानक पातशाह जी दे बोल, आखां जीवा विसरै मर जाओ, आखण औखा साचा नाम। परमेश्वर का नाम रसना तो उचारण करना सब तो औखा है, सब तो औखा। असीं निंदिया भावें घंटियां वधी करी जाइए तो सानू कोई कहे ना कि बोल के जपजी साहब का पाठ सुना तुहानूं मौत पै जाती है। असीं घंटियां वधी झूठ बोली जाइए बड़ा चंगा लगता है, तो वाहिगुरू शब्द उचारण करना होवे तो बड़ा औखा लगता है। भाई साहब जो अरदास करते हैं तो कहते हैं ना ध्यान धर के गज गए बोलो जी। कौन बोलता? कोई भी नहीं बोलता, कोई नहीं बोलता, सब चुप करके खड़े। ध्यान ही नहीं होंदा, उन्हें पता ही नहीं लगता। ਜਦੋਂ ਕਹਿ ਹਟਦੇ ਨੇ ਗਿਆਨੀ ਜੀ ਗਾਹ ਨਹੀਂ ਫਿਰ ਚੇਤਾ ਆਉਂਦਾ ਉਹ ਕਹਿਣਾ, ਤੇ ਫਿਰ ਬੰਦਾ ਕਹਿੰਦਾ ਚਲ ਹੁਣ ਅਗਲੀ ਵਾਰ ਨੂੰ ਜ਼ਰੂਰ ਕਹੂੰਗਾ, ਜਾਂ ਤੇ ਫਿਰ ਧਿਆਨ ਕਿਤੇ ਹੋਰ ਚਲਾ ਜਾਂਦਾ। ਇਸ ਵਾਸਤੇ ਸਭ ਤੋਂ ਔਖਾ ਹੈ ਪਰਮਾਤਮਾ ਦਾ ਨਾਮ ਜਪਣਾ। ਨਾਮ ਪਰਮੇਸ਼ਰ ਦਾ ਨਾਮ ਉਚਾਰਨ ਕਰਨਾ ਬਹੁਤ ਔਖਾ। ਆਖਣ ਔਖਾ, ਸੁਣਨ ਔਖਾ, ਆਖਣਾ ਜਾਪੀ ਆਖ। ਮਹਾਰਾਜ ਕਹਿੰਦੇ ਨੇ ਨਾਮ ਜਪਣਾ ਵੀ ਔਖਾ, ਨਾਮ ਸੁਣਨਾ ਵੀ ਔਖਾ। ਇਸ ਲਈ ਨਾਮ ਦੀ ਵਡਿਆਈ ਹੈ। ਜਿਨ੍ਹਾਂ ਦੇ ਕੋਲ ਭਾਈ ਨਾਮ ਹੈ ਉਹਨਾਂ ਦੀ ਪੁੱਛ ਗਿੱਛ ਨਹੀਂ ਹੁੰਦੀ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਜੀ। ਨਾਨਕ ਅੱਗੇ ਪੁੱਛ ਨਾ ਹੋਵੇ। ਮਹਾਰਾਜ ਕਹਿੰਦੇ ਨੇ ਅੱਗੇ ਉਹਨਾਂ ਦੀ ਪੁੱਛ ਗਿੱਛ ਨਹੀਂ ਹੁੰਦੀ। ਸੋ ਗੁਰੂ ਕੀ ਸਾਧ ਸੰਗਤ ਸਲੋਕ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ, ਆਪਣੇ ਧਰਮ ਦਾ ਮਾਣ ਨਾ ਕਰੋ, ਆਪਣੀ ਜਾਤੀ ਦਾ ਮਾਣ ਨਾ ਕਰੋ, ਕਰਮ ਕਾਂਡਾਂ ਦਾ ਮਾਣ ਨਾ ਕਰੋ। ਬਸ ਜੇ ਤੁਹਾਡੇ ਕੋਲ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਹੈ, ਜੇ ਉੱਚੀ ਸੁੱਚੀ ਕਰਨੀ ਹੈ, ਫਿਰ ਬਾਤ ਬਣੇਗੀ, ਨਹੀਂ ਤੇ ਨਹੀਂ।
ਅੱਗੇ ਹੁਣ ਮਹਾਰਾਜ ਪੌੜੀ ਕਥਨ ਕਰਦੇ ਨੇ, ਬੜੇ ਪਿਆਰ ਦੇ ਨਾਲ ਸਰਵਣ ਕਰੋ ਜੀ। ਪੌੜੀ ਹਰ ਕਾ ਮੰਦਰ ਆਖੀਐ ਕਾਇਆ ਕੋਟ ਗੜ। ਇਹ ਪੌੜੀ ਸਤਿਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਮਹਾਰਾਜ ਕਹਿੰਦੇ ਹਨ ਭਾਈ ਇਹ ਸਰੀਰ ਹਰੀ ਦਾ ਮੰਦਰ ਹੈ, ਇਹ ਜੋ ਕਾਇਆ ਹੈ ਇਹ ਪਰਮੇਸ਼ਰ ਵਾਹਿਗੁਰੂ ਜੀ ਦੇ ਰਹਿਣ ਦਾ ਸਥਾਨ ਹੈ। ਇਹਨੂੰ ਕੋਟ ਕਹੋ, ਕਿਲਾ ਕਹੋ, ਗੜ ਕਹੋ, ਕਿਲਾ। ਕਿਲੇ ਦੇ ਵਿੱਚ ਬਹੁਤ ਕੁਝ ਹੁੰਦਾ ਹੈ। ਇਸੇ ਤਰ੍ਹਾਂ ਇਹ ਸਰੀਰ ਕੋਈ ਆਮ ਨਹੀਂ, ਇੱਕ ਕਿਲੇ ਦੀ ਤਰ੍ਹਾਂ, ਇੱਕ ਕੋਟ ਦੀ ਤਰ੍ਹਾਂ ਬੜਾ ਵਿਸ਼ਾਲ ਹੈ, ਬੜਾ ਮਹਾਨ ਹੈ। ਇਸ ਤਰ੍ਹਾਂ ਮਹਾਰਾਜ ਸਮਝਾਉਂਦੇ ਹਨ, ਅੰਦਰ ਲਾਲਚ ਵੇਹਰੀ ਗੁਰਮੁਖ ਹਰ ਨਾਮ ਪੜ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਗੁਰੂ ਵਾਲਾ ਬਣ ਕੇ, ਸਤਿਗੁਰੂ ਦਾ ਸਨਮੁਖੀ ਸਿੱਖ ਬਣ ਕੇ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਉਚਾਰਨ ਕਰਿਆ ਕਰ। ਇਸ ਸਰੀਰ ਦੇ ਵਿੱਚ ਰਤਨ ਨੇ, ਇਸ ਸਰੀਰ ਦੇ ਵਿੱਚ ਜਵਾਹਰਾਤ ਨੇ। ਗੁਰੂ ਅਮਰਦਾਸ ਜੀ ਮਹਾਰਾਜ ਦਾ ਹੀ ਬਚਨ ਹੈ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਗੁਰਬਾਣੀ ਲਾਗੇ ਤਿੰਨ ਹੱਥ ਚੜਿਆ, ਨਿਰਮੋਲਕ ਰਤਨ ਅਪਾਰਾ, ਹਰ ਹਰ ਨਾਮ ਅਤੋਲਕ ਪਾਇਆ, ਤੇਰੀ ਭਗਤ ਭਰੇ ਭੰਡਾਰਾ। ਸਮੁੰਦ ਵਿਰੋਧ ਸਰੀਰ ਹਮ ਦੇਖਿਆ, ਆਹ ਸਰੀਰ ਜਿਹੜਾ ਸਮੁੰਦਰ ਹੈ, ਸਮੁੰਦ ਵਿਰੋਧ ਸਰੀਰ ਹਮ ਦੇਖਿਆ, ਇੱਕ ਵਸਤਾ ਅਨੂਪ ਦਿਖਾਈ। ਇਸ ਸਰੀਰ ਰੂਪੀ ਸਮੁੰਦਰ ਦੇ ਵਿੱਚੋਂ ਇੱਕ ਉਪਮਾ ਤੋਂ ਰਹਿਤ ਨਾਮ ਰੂਪੀ ਵਸਤੂ ਸਤਿਗੁਰੂ ਨੇ ਸਾਨੂੰ ਦਿਖਾ ਦਿੱਤੀ। ਸਮੁੰਦ ਵਿਰੋਧ ਸਰੀਰ ਹਮ ਦੇਖਿਆ, ਇੱਕ ਵਸਤਾ ਅਨੂਪ ਦਿਖਾਈ, ਗੁਰ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਤਾਂ ਮਹਾਰਾਜ ਕਹਿੰਦੇ ਨੇ ਇਹ ਜੋ ਸਰੀਰ ਹੈ ਪ੍ਰਮਾਤਮਾ ਦੇ ਰਹਿਣ ਦਾ ਸਥਾਨ ਹੈ, ਇਹ ਕੋਟ ਹੈ, ਕਿਲਾ ਹੈ। ਇਹ ਸਰੀਰ ਦੇ ਵਿੱਚ ਹੀ ਸਤ ਸੰਤੋਖ ਧੀਰਜ ਧਰਮ ਵਿਚਾਰ ਖਿਮਾ ਸ਼ਾਂਤੀ ਆਦਿਕ ਮਾਨੋ ਰਤਨ ਜਵੇਹਰ ਭਰੇ ਪਏ ਹਨ। ਹਰ ਕਾ ਮੰਦਰ ਸਰੀਰ ਅਤ ਸੋਹਣਾ, ਹਰ ਹਰ ਨਾਮ ਦਿੜ। ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦਾ ਮੰਦਰ ਹੈ ਸਰੀਰ, ਬਹੁਤ ਸੋਹਣਾ ਸਰੀਰ ਹੈ ਭਾਈ। ਇਸ ਲਈ ਤੂੰ ਸਤਿਗੁਰੂ ਦੇ ਨਾਲ ਮਿਲ ਕੇ ਆਪਣੇ ਅੰਦਰ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਦ੍ਰਿੜ ਕਰ ਲੈ। ਮਨ ਮੁਖ ਆਪ ਖੋਆਏ ਅਨ, ਮਾਇਆ ਮੋਹ ਨਿਤ ਕੜ। ਪਰ ਜਿਹੜੇ ਆਪ ਹੁਦਰੇ ਹਨ, ਉਹਨਾਂ ਨੇ ਆਪਣੇ ਆਪ ਨੂੰ ਉਜੜੇ ਪਾਇਆ ਹੋਇਆ ਹੈ, ਖੁਆਏ ਹਨ, ਖੁੰਝੇ ਹੋਏ ਹਨ। ਜਿਹੜੇ ਆਪ ਹੁਦਰੇ ਮਨ ਦੀ ਮੱਤ ਪਿੱਛੇ ਚੱਲਣ ਵਾਲੇ ਹਨ, ਉਹ ਫਿਰ ਨਿਤਾ ਪ੍ਰਤੀ ਮਾਇਆ ਮੋਹ ਦੇ ਵਿੱਚ ਕਿੜਦੇ ਹਨ, ਕੱਢਦੇ ਹਨ, ਕ੍ਰਿਜਦੇ ਹਨ, ਦੁਖੀ ਹੁੰਦੇ ਹਨ, ਕਿਉਂਕਿ ਸਤਿਗੁਰੂ ਦੀ ਸ਼ਰਨ ਪੈਂਦੇ ਨਹੀਂ। ਆਪ ਹੁਦਰੇ ਆਪਣੀਆਂ ਮਨਮਾਨੀਆਂ ਕਰਦੇ ਹਨ, ਇਸ ਲਈ ਉਹ ਸਾਰੀ ਜ਼ਿੰਦਗੀ ਕ੍ਰਿਜਦੇ ਰਹਿੰਦੇ ਹਨ, ਕਿੜਦੇ ਰਹਿੰਦੇ ਹਨ। ਸਭਨਾ ਕਾ ਸਾਹਿਬ ਏਕ ਹੈ, ਪੂਰੇ ਭਾਗ ਪਾਇਆ ਜਾਈ। ਤੋ ਮਹਾਰਾਜ ਕਹਿੰਦੇ ਹਨ ਭਾਈ ਸਾਰਿਆਂ ਦਾ ਮਾਲਕ ਇੱਕ ਪਰਮੇਸ਼ਰ ਵਾਹਿਗੁਰੂ ਹੈ, ਉਹ ਪਰਮੇਸ਼ਰ ਵਾਹਿਗੁਰੂ। ਤੇ ਮਹਾਰਾਜ ਕਹਿੰਦੇ ਨੇ ਪਰ ਮਿਲਦਾ ਹੈ ਪੂਰੇ ਭਾਗਾਂ ਦੇ ਨਾਲ। ਜੇ ਸਾਡੀ ਕਿਸਮਤ ਚੰਗੀ ਨਹੀਂ ਤੇ ਉਹ ਪਰਮੇਸ਼ਰ ਮਿਲਦਾ ਨਹੀਂ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਤਾਂ ਮਹਾਰਾਜ ਕਹਿੰਦੇ ਹਨ ਹੇ ਪਰਮੇਸ਼ਰ ਵਾਹਿਗੁਰੂ ਵਾਹ ਵਾਹ, ਤੂੰ ਅਚਰਜ ਹੈ, ਤੂੰ ਅਚਰਜ ਹੈ। ਵਾਹ ਵਾਹ ਸੱਚੇ ਪਾਤਸ਼ਾਹ, ਹੇ ਸੱਚੇ ਪਾਤਸ਼ਾਹ ਤੂੰ ਸਦਾ ਥਿਰ ਰਹਿਣ ਵਾਲਾ ਹੈ, ਤੂੰ ਅਚਰਜ ਹੈ। ਨਾਈ ਤੇਰੀ ਵਡਿਆਈ ਵੀ ਸਥਿਰ ਹੈ, ਹਮੇਸ਼ਾ ਰਹਿਣ ਵਾਲੀ ਹੈ। ਸੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੀ ਰਚਨਾ ਤੋਂ ਕੀਤਾ ਉਚਾਰਨ ਸ਼ਲੋਕ ਅਤੇ ਗੁਰੂ ਅਮਰਦਾਸ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਪੌੜੀ ਗੁਰੂ ਕੀ ਸਾਧ ਸੰਗਤ ਜੀਓ ਆਪ ਜੀ ਨੇ ਬੜੇ ਪਿਆਰ ਤੇ ਬੜੇ ਟਿਕਾਓ ਦੇ ਨਾਲ ਕਥਾ ਸਰਵਣ ਕੀਤੀ। ਗੁਰਮੁਖ ਪਿਆਰੇ ਗੁਰੂ ਕੇ ਕੀਰਤਨੀਏ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋ ਚੁੱਕੇ ਹਨ। ਉਹਨਾਂ ਨੇ ਹੁਣ ਆਪ ਜੀ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਵਾਉਣਾ। ਸੋ ਸ਼ਾਮ ਨੂੰ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਆਪ ਜੀ ਦੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਵਾਂਗੇ। ਕੱਲ ਨੂੰ ਫਿਰ ਇਸੇ ਤਰ੍ਹਾਂ ਅਗਲੇ ਅੰਮ੍ਰਿਤ ਬਚਨਾਂ ਦੇ ਵਿਚਾਰ ਆਪ ਜੀ ਦੀ ਸੇਵਾ ਦੇ ਵਿੱਚ ਰੱਖਣ ਦਾ ਨਿਮਾਣਾ ਯਤਨ ਕਰਾਂਗੇ। ਜਿੱਥੇ ਤੁਸੀਂ ਪਿਆਰ ਸ਼ਰਧਾ ਨਾਲ ਕਥਾ ਸਰਵਣ ਕੀਤੀ, ਕਥਾ ਦੇ ਸਤਿਕਾਰ ਵਿੱਚ ਬੇਅੰਤ ਮਾਇਆ ਅਰਦਾਸ ਕਰਵਾਈ, ਸਤਿਗੁਰੂ ਸਭਨਾਂ ਦੀਆਂ ਕਿਰਤ ਕਮਾਈਆਂ ਵਿੱਚ ਮਹਾਰਾਜ ਬਰਕਤਾਂ ਪਾਉਣ। ਸਰੀਰਕ ਤੰਦਰੁਸਤੀ ਗੁਰਸਿੱਖੀ ਜੀਵਨ ਮਹਾਰਾਜ ਸਾਰਿਆਂ ਨੂੰ ਬਖਸ਼ਿਸ਼ ਕਰਨ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਪਿਆਰ ਵਿੱਚ ਸਰਬੱਤ ਮਾਈ ਮਾਈ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।